ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਬਿਲਾਵਲ ਪ੍ਰਾਰੰਭ ਹੋ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਿਆਰਾ ਰਾਗ ਹੈ, ਰਾਗ ਬਿਲਾਵਲ। ਕਰਨਾਦ ਬਿਲਾਵਲ ਰਾਗ, ਬਿਲਾਵਲ ਕਰਿਓ ਤੁਮ ਪਿਆਰੇ ਹੋ। ਬਿਲਾਵਲ ਨਾਮ ਖੁਸ਼ੀ ਦਾ ਹੈ, ਖੇੜੇ ਦਾ ਹੈ। ਇਸੇ ਕਰਕੇ ਹੁਣ ਕਥਾ ਤੋਂ ਬਾਅਦ ਆਸਾ ਜੀ ਦੀ ਵਾਰ ਦੀ ਕੀਰਤਨ ਚੌਂਕੀ ਤੋਂ ਬਾਅਦ ਦੂਸਰੀ ਚੌਂਕੀ ਰਾਗ ਬਿਲਾਵਲ ਦੀ ਹੈ। ਇੱਕ ਖੇੜਿਆਂ ਦਾ ਰਾਗ ਹੈ, ਖੁਸ਼ੀਆਂ ਦਾ ਰਾਗ ਹੈ। ਰਾਗ ਬਿਲਾਵਲ ਪ੍ਰਾਰੰਭ ਹੋ ਰਿਹਾ 795 ਅੰਗ ਤੇ ਇਸ ਪਾਵਨ ਰਾਗ ਦੀ ਆਰੰਭਤਾ ਹੋ ਰਹੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਪਵਿੱਤਰ ਪਾਵਨ ਸ਼ਬਦ ਪ੍ਰਾਰੰਭ ਹੋ ਰਹੇ ਨੇ। ਇਕਾਗਰਤਾ ਬਣਾਉਣ ਨਿਮਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਮੰਗਲਾਚਰਨ ਚੌਂਕੀ ਬਿਲਾਵਲ ਰਾਗ ਪ੍ਰਾਰੰਭ ਹੋ ਰਿਹਾ, ਇਸ ਕਰਕੇ ਮੰਗਲ ਮਹਾਰਾਜ ਜੀ ਨੇ ਕੀਤਾ। ਮੰਗਲ ਆਸਤਕ ਦੀ ਇਹੀ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਉਹ ਆਪਣੇ ਰੱਬ ਦਾ ਮੰਗਲ ਕਰਕੇ ਕੋਈ ਵੀ ਕੰਮ ਕਰਦਾ ਉਹਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਰਮੇਸ਼ਰ ਨੂੰ ਆਰਾਧਦਾ, ਆਪਣੇ ਇਸ਼ਟ ਨੂੰ ਆਰਾਧਦਾ। ਕੀਤਾ ਲੋੜੀਆ ਕੰਮ ਸੋ ਹਰਿ ਪੈ ਆਖੀਆ, ਉਹਦਾ ਮਤਲਬ ਇਹੀ ਆਪਣੇ ਮਾਲਕ ਨੂੰ ਕੋਈ ਵੀ ਕੰਮ ਕਰਨਾ ਉਹਦੇ ਤੋਂ ਪਹਿਲਾਂ ਆਰਾਧਨਾ। ਜੇ ਬਿਲਾਵਲ ਰਾਗ ਦਾ ਮਹਾਰਾਜ ਜੀ ਗਾਇਨ ਕਰਨ ਲੱਗੇ ਨੇ, ਆਰੰਭਤਾ ਕਰਨ ਲੱਗੇ ਨੇ ਤਾਂ ਪਹਿਲਾਂ ਮੰਗਲ। ਕਥਾ ਦੀ ਆਰੰਭਤਾ ਹੁੰਦੀ ਹੈ, ਪਹਿਲਾਂ ਮੰਗਲ ਕੀਤਾ ਜਾਂਦਾ। ਕੀਰਤਨ ਦੀ ਆਰੰਭਤਾ ਹੁੰਦੀ ਹੈ, ਰਾਗੀ ਸਿੰਘ ਪਹਿਲਾਂ ਮੰਗਲ ਕਰਦੇ ਨੇ, ਉਹਨੂੰ ਮੰਗਲਾਚਰਨ ਕਹਿੰਦੇ। ਬੇਨਤੀ ਕਰਨੀ ਉਹ ਮੰਗਲਾਚਰਨ ਹੈ। ਹੁਕਮਨਾਮਾ ਹੋਵੇਗਾ, ਹੁਕਮਨਾਮੇ ਤੋਂ ਪਹਿਲਾਂ ਜਿਹੜੇ ਸ਼ਬਦ ਪੜ੍ਹੇ ਜਾਂਦੇ ਨੇ ਉਹ ਮੰਗਲਾਚਰਨ ਹੈ, ਉਹਨੂੰ ਕਹਿੰਦੇ ਆ ਮੰਗਲ। ਇੱਕ ਬੜੀ ਹੈਰਾਨੀ ਹੁੰਦੀ ਹੈ ਅੱਜ ਕੱਲ੍ਹ ਦੇ ਵਿਦਵਾਨਾਂ ਵੱਲ ਵੇਖ ਕੇ, ਜਿੰਨੇ ਸਾਡੇ ਵੀਰ ਅੱਜ ਕੱਲ੍ਹ ਪੁਸਤਕਾਂ ਲਿਖਦੇ ਨੇ, ਪੋਥੀਆਂ ਲਿਖਦੇ ਨੇ, ਉਹ ਕਿਸੇ ਸਬਜੈਕਟ ਤੇ ਲਿਖਦੇ ਨੇ, ਚਾਹੇ ਉਹ ਸਿੱਖ ਇਤਿਹਾਸ ਬਾਰੇ ਲਿਖਣ, ਕਿਸੇ ਸਿੱਖ ਜਰਨੈਲ ਬਾਰੇ ਲਿਖਣ। ਹੈਰਾਨੀ ਇਹ ਹੁੰਦੀ ਹੈ ਵੀ ਨਾਲੇ ਤਾਂ ਉਹ ਗੁਰੂ ਘਰ ਨੂੰ ਮੰਨਦੇ ਆ, ਈਸ਼ਵਰ ਨੂੰ ਮੰਨਦੇ ਆ, ਪਰ ਜਦੋਂ ਪੁਸਤਕ ਲਿਖਦੇ ਨੇ ਕੋਈ ਉਹਦੇ ਪ੍ਰਾਰੰਭ ਦੇ ਵਿੱਚ ਮੰਗਲ ਕਿਉਂ ਨਹੀਂ ਕਰਦੇ ਮਾਲਕ ਦਾ। ਜਿੰਨੇ ਸਾਡਾ ਸਾਹਿਤ ਲਿਖਣ ਵਾਲੇ ਪੁਰਾਤਨ ਵਿਦਵਾਨ ਨੇ ਉਹ ਸਾਰੇ ਜਦੋਂ ਕੁਝ ਲਿਖਦੇ ਆ, ਚਾਹੇ ਉਹ ਭਾਈ ਮਨੀ ਸਿੰਘ ਨੇ ਲਿਖਿਆ, ਚਾਹੇ ਉਹ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਚਾਹੇ ਉਹ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ, ਚਾਹੇ ਉਹ ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ, ਚਾਹੇ ਉਹ ਕਵੀ ਸੁੱਖਾ ਸਿੰਘ ਜੀ ਨੇ ਲਿਖਿਆ, ਕੋਇਰ ਸਿੰਘ ਨੇ ਲਿਖਿਆ, ਸੈਨਾਪਤੀ ਨੇ ਲਿਖਿਆ, ਭਗਤ ਸਿੰਘ ਨੇ ਲਿਖਿਆ, ਉਹ ਜਿੰਨੇ ਵੀ ਲਿਖਾਰੀ ਸਨ ਸਾਡੇ ਸਾਹਿਤ ਲਿਖਣ ਵਾਲੇ, ਇਤਿਹਾਸ ਲਿਖਣ ਵਾਲੇ, ਉਹਨਾਂ ਨੇ ਸਭ ਨੇ ਜਦੋਂ ਲਿਖਿਆ ਪਹਿਲਾਂ ਮੰਗਲ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਰ ਹੁਣ ਸਾਡੇ ਜਿਹੜੇ ਵਿਦਵਾਨ ਨੇ, ਪੱਛਮੀ ਜਿਹੜੇ ਵਿਦਵਾਨ ਨੇ, ਉਹ ਜਿਵੇਂ ਕਿਤਾਬਾਂ ਸ਼ੁਰੂਆਤ ਜਿੱਥੋਂ ਲਿਖਦੇ ਆ ਉਦਾਂ ਇਹ ਵੀ ਲਿਖਣ ਲੱਗ ਪਏ ਨੇ, ਪ੍ਰਾਰੰਭ ਵਿੱਚ ਕੋਈ ਮੰਗਲ ਨਹੀਂ। ਪਹਿਲਾਂ ਵੇਖਿਆ ਜਾਂਦਾ ਸੀ ਪੁਸਤਕ ਦੇ ਸ਼ੁਰੂਆਤ ਵਿੱਚ ਕਿ ਉਹਦੇ ਤੇ ਆਪਣੇ ਇਸ਼ਟ ਦਾ ਜਾਂ ਆਪਣੇ ਮਾਲਕ ਦਾ ਕਿਸੇ ਨੇ ਮੰਗਲ ਕੀਤਾ, ਵੇਖ ਕੇ ਜੇ ਕੀਤਾ ਹੁੰਦਾ ਸੀ ਤਾਂ ਉਹ ਕਿਤਾਬ ਅੱਗੇ ਪੜ੍ਹਦੇ ਸੀ ਲੋਕ ਵੀ ਇਹ ਰੱਬ ਦੀ ਹੋਂਦ ਮੰਨਦਾ ਹੈ, ਤਾਂ ਕਿਤਾਬ। ਜਿਹਦੇ ਤੇ ਨਹੀਂ ਸੀ ਹੁੰਦਾ ਸਮਝ ਲਿਆ ਜਾਂਦਾ ਸੀ ਇਹ ਕਾਮਰੇਡੀ ਬਿਰਤੀ ਦੀ ਕਿਤਾਬ, ਅਸੀਂ ਨਹੀਂ ਪੜ੍ਹਨੀ, ਉਹਦਾ ਤਿਆਗ ਕਰ ਦਿੰਦੇ ਸੀ। ਹੁਣ ਇਹ ਪਹਿਚਾਣਨਾ ਵੀ ਔਖਾ ਹੋ ਗਿਆ। ਖੈਰ ਕੀ ਮਜਬੂਰੀ ਹੈ ਉਹਨਾਂ ਦੀ, ਇਹਦੇ ਬਾਰੇ ਨਹੀਂ ਕਿਹਾ ਜਾ ਸਕਦਾ ਕਿਉਂ ਨਹੀਂ ਕਰਦੇ, ਜਾਂ ਗੁਰੂ ਸਾਹਿਬ ਉਹਨਾਂ ਨੂੰ ਸਦਬੁੱਧੀ ਦੇਣਗੇ। ਗੁਰੂ ਪਾਤਸ਼ਾਹ ਨੇ ਜਦੋਂ ਵੀ ਕਿਸੇ ਰਾਗ ਦੀ ਆਰੰਭਤਾ ਕੀਤੀ ਹੈ, ਸ਼ਬਦ ਦੀ ਆਰੰਭਤਾ ਕੀਤੀ, ਤੇ ਪਹਿਲਾਂ ਮੰਗਲਾਚਰਨ ਕੀਤਾ। ਅੱਜ ਰਾਗ ਬਿਲਾਵਲ ਦੀ ਆਰੰਭਤਾ ਹੋ ਰਹੀ ਹੈ ਤੇ ਮੰਗਲ ਕਰਦੇ ਨੇ। ਇੱਕ ਓੰਕਾਰ, ਇੱਕ ਓੰਕਾਰ, ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ।
ਓੰਕਾਰ ਜੋ ਸਭ ਦੀ ਰੱਖਿਆ ਕਰਨ ਵਾਲਾ ਹੈ, ਸਭ ਦੀ ਪਾਲਣਾ ਕਰਨ ਵਾਲਾ, ਪੈਦਾ ਕਰਨ ਵਾਲਾ, ਸੰਘਾਰਨ ਵਾਲਾ ਹੈ, ਪ੍ਰਕਾਸ਼ ਕਰਨ ਵਾਲਾ, ਪ੍ਰਕਾਸ਼ਕ ਹੈ। ਓੰਕਾਰ ਜੋ ਸਭ ਦੀ ਰਚਨਾ ਕਰਕੇ ਸਭ ਦੀ ਪਾਲਣਾ ਕਰਦਾ ਹੈ, ਫਿਰ ਸੰਘਾਰ ਵੀ ਕਰਦਾ, ਲੈ ਵੀ ਕਰਦਾ, ਆਪਣੇ ਆਪ ਵਿੱਚ ਸਮੇਟਦਾ ਵੀ ਹੈ। ਸਤਨਾਮ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਤ ਹੈ, ਤ੍ਰਈ ਕਾਲ ਸਤ ਹੈ, ਨਾਮ ਪ੍ਰਸਿੱਧ ਹੈ, ਸਾਰੇ ਜਗਤ ਵਿੱਚ ਪ੍ਰਗਟ ਹੈ, ਉਹਦੀ ਹੋਂਦ ਹਰ ਜਗ੍ਹਾ ਤੇ ਹੈ, ਨਾਮ ਪ੍ਰਸਿੱਧ ਹੈ। ਹਾਂਜੀ, ਕਰਤਾ ਪੁਰਖ ਉਹ ਕਰਤਾ ਹੈ ਸਾਰੇ ਜਗਤ ਦਾ, ਜਿਤਨੀ ਸ੍ਰਿਸ਼ਟੀ ਹੈ ਸਭ ਦਾ ਕਰਤਾ ਹੈ। ਜੋ ਜੋ ਵੀ ਇਹ ਕੀਤਾ ਹੋਇਆ ਨਜ਼ਰ ਆ ਰਿਹਾ, ਇਹਦਾ ਕਰਤਾ ਉਹ ਵਾਹਿਗੁਰੂ ਹੈ। ਕਿਸੇ ਆਖਿਆ ਅਣੂ ਨੇ ਸੰਸਾਰ ਦਾ ਕਰਤਾ, ਅਣੂਆਂ ਤੋਂ ਜਗਤ ਬਣਿਆ। ਕਿਸੇ ਨੇ ਆਖਿਆ ਨਹੀਂ ਜੀ, ਸੰਸਾਰ ਦਾ ਕਰਤਾ ਜਲ ਹੈ, ਜਲ ਨੇ ਸੰਸਾਰ ਨੂੰ ਬਣਾਇਆ ਹੈ। ਕਿਸੇ ਨੇ ਕੁਝ ਕਿਹਾ। ਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਕਰਤਾ ਹੈ, ਉਹਨੇ ਕੀਤਾ ਸਭ ਕੁਝ, ਉਸੇ ਦਾ ਕੀਤਾ ਹੋਇਆ ਇਹ ਸਾਰਾ ਪਸਾਰਾ। ਕਰਤਾ ਪੁਰਖ, ਫਿਰ ਉਹ ਪੂਰਿਆ ਵੀ ਹੋਇਆ ਸਾਰਿਆਂ ਵਿੱਚ ਕਰਕੇ, ਸਾਰਿਆਂ ਵਿੱਚ ਪੂਰਿਆ ਹੋਇਆ ਹੈ। ਜ਼ਰਰੇ ਜ਼ਰਰੇ ਵਿੱਚ ਪੁਰਖ ਕਹੀਏ, ਵਿਆਪਕ ਹੈ, ਪੂਰਿਆ ਹੋਇਆ, ਸਭ ਨੂੰ ਪੂਰਨੇ ਵਾਲਾ, ਭਰਨ ਵਾਲਾ ਹੈ। ਨਿਰਭਉ ਉਹ ਵਾਹਿਗੁਰੂ ਨਿਰਭਉ ਹੈ, ਉਹਨੂੰ ਡਰ ਨਹੀਂ, ਕਿਸੇ ਦਾ ਖੌਫ ਨਹੀਂ। ਨਿਰਭਉ ਹੈ, ਉਹ ਕਿਸੇ ਦਾ ਭਉ ਨਹੀਂ ਮੰਨਦਾ। ਹਾਂਜੀ, ਨਿਰਵੈਰ ਉਹ ਵੈਰ ਤੋਂ ਵੀ ਰਹਿਤ ਆ, ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਸਾਰੇ ਉਹਦੀ ਆਪਣੀ ਅੰਸ਼ ਤੋਂ ਪੈਦਾ ਹੋਏ ਨੇ ਤੇ ਵੈਰ ਕਿਹਦੇ ਨਾਲ ਕਰੇ? ਇਸ ਕਰਕੇ ਉਹ ਵਾਹਿਗੁਰੂ ਨਿਰਵੈਰ ਹੈ। ਅਕਾਲ ਮੂਰਤ, ਉਹਦੀ ਜਿਹੜੀ ਮੂਰਤ ਹਸਤੀ, ਉਹਦਾ ਜਿਹੜਾ ਵਜੂਦ ਹੈ ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ। ਹਰ ਮੂਰਤ ਬਿਨਸਦੀ ਹੈ, ਪਰ ਉਹਦੀ ਮੂਰਤ, ਉਹਦੀ ਹਸਤੀ ਸदैवी ਹੈ, ਅਕਾਲ ਹੈ, ਕਾਲ ਤੋਂ ਰਹਿਤ ਹੈ। ਅਜੂਨੀ, ਜੂਨੀਆਂ ਤੋਂ ਰਹਿਤ ਹੈ, ਉਹ ਕਿਸੇ ਜੂਨੀ ਦੁਆਰਾ ਪ੍ਰਗਟ ਨਹੀਂ ਹੋਇਆ, ਉਹ ਅਜੂਨੀ ਹੈ, ਜੂਨੀਆਂ ਤੋਂ ਰਹਿਤ ਹੈ। ਸੈਭੰ, ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ, ਜੋ ਉੱਪਰ ਵਰਣਨ ਕੀਤਾ ਗਿਆ ਹੈ। ਗੁਰੂ ਕਿਰਪਾ ਦੁਆਰਾ ਹੀ ਉਸ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੈ। ਰਾਗ ਬਿਲਾਵਲ ਮਹੱਲਾ ਪਹਿਲਾ, ਚਾਉ ਪਦੇ ਘਰ ਪਹਿਲਾ। ਰਾਗ ਬਿਲਾਵਲ ਹੈ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਇਹ 4 ਪਦਿਆਂ ਵਾਲੇ ਸ਼ਬਦ ਪ੍ਰਾਰੰਭ ਹੋ ਰਹੇ ਨੇ, ਜੋ ਪਹਿਲੇ ਘਰ ਸੁਰ ਤਾਲ ਵਿੱਚ ਗਾਇਨ ਕਰਨੇ ਹਨ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਵਨ ਵਡਾਈ। ਇਹ ਸ਼ਬਦ ਅਕਸਰ ਗੁਰਸਿੱਖ ਆਪਣੇ ਨਿਤਨੇਮ ਚ ਪੜ੍ਹਦੇ ਹਨ। ਬੇਨਤੀ ਕਰਦਿਆਂ ਕਹਿੰਦੇ, ਹੇ ਵਾਹਿਗੁਰੂ ਜੀ, ਤੂੰ ਸੁਲਤਾਨ ਕਹਾ ਹੋ ਮੀਆਂ, ਤੂੰ ਸੁਲਤਾਨ ਹੈ, ਤੂੰ ਬਾਦਸ਼ਾਹ ਹੈ, ਤੇ ਮੈਂ ਤੈਨੂੰ ਕਹਾਂ ਮੀਆਂ। ਇਹਦੇ ਚ ਤੇਰੀ ਕੀ ਵਡਿਆਈ ਹੋਈ? ਫਿਰ ਬਾਦਸ਼ਾਹ ਨੂੰ ਮੀਆਂ ਕਹਿ ਕੇ ਸੰਬੋਧਨ ਕਰਨਾ, ਇਹਦੇ ਚ ਕੋਈ ਪਾਰ ਬ੍ਰਹਮ ਪਰਮੇਸ਼ਰ ਦੀ ਵਡਿਆਈ ਹੋਈ ਭਲਾ? ਉਹਨੂੰ ਕਹੀਏ ਮੁਰਾਰੀ, ਉਹਨੂੰ ਕਹੀਏ ਧਾਮੋਦਰ। ਜੇ ਸ਼ਬਦ ਇੱਕ ਇੱਕ ਕਹਿ ਕੇ ਪਰਮੇਸ਼ਰ ਦੀ ਸਿਫਤ ਕਰੀਏ ਤਾਂ ਫਿਰ ਇਹੀ ਹੈ ਨਾ ਵੀ ਸੁਲਤਾਨ ਨੂੰ ਮੀਆਂ ਕਹਿ ਰਹੇ, ਬਾਦਸ਼ਾਹ ਨੂੰ ਮੀਆਂ ਕਹਿ। ਉਹਨੇ ਸੁਣ ਕੇ ਖੁਸ਼ ਥੋੜੀ ਹੋਣਾ ਵੀ ਬਾਦਸ਼ਾਹ ਨੂੰ ਕੋਈ ਮੀਆਂ ਕਹੇਗਾ ਤੇ ਬਾਦਸ਼ਾਹ ਖੁਸ਼ ਹੋਵੇਗਾ।
ਆਖੋ ਸਤਨਾਮ ਸ੍ਰੀ। ਵਾਹਿਗੁਰੂ। ਕੋਈ ਬਾਦਸ਼ਾਹ ਹੋਵੇ ਤੇ ਬਾਦਸ਼ਾਹ ਨੂੰ ਕੋਈ ਕਹੇ ਮੀਆਂ ਜੀ, ਰਾਸ਼ਟਰਪਤੀ ਆਇਆ ਹੋਵੇ ਤੇ ਰਾਸ਼ਟਰਪਤੀ ਕੋਲ ਖਲੋ ਕੇ ਉਹਨੂੰ ਕਹੇ ਹਾਂ ਭਾਈ ਸੰਤਰੀ ਜੀ, ਉਹਦੇ ਵਿੱਚ ਉਹ ਖੁਸ਼ੀ ਥੋੜੀ ਬਣਾਏਗਾ, ਉਹ ਅੱਗੇ ਖੁਸ਼ ਥੋੜੀ ਹੋਵੇਗਾ ਵੀ ਮੈਨੂੰ ਇਹ ਭਾਵੇਂ ਬੜੇ ਪਿਆਰ ਨਾਲ ਹੀ ਕਹੇ ਆਓ ਸੰਤਰੀ ਜੀ, ਹੋਵੇ ਮੰਤਰੀ ਜੀ ਤੇ ਕਹਿ ਦੇਵੇ ਸੰਤਰੀ ਜੀ, ਤੇ ਮੰਤਰੀ ਜੀ ਨੂੰ ਤਾਂ ਅੱਗ ਲੱਗ ਜਾਏਗੀ। ਮੰਤਰੀ ਜੀ ਮੈਨੂੰ ਮੰਤਰੀ ਜੀ ਨੂੰ ਸੰਤਰੀ ਜੀ ਕਹਿ ਰਿਹਾ। ਤੋ ਪਾਰ ਬ੍ਰਹਮ ਪਰਮੇਸ਼ਰ ਸਾਰੇ ਜਗਤ ਦਾ ਸੁਲਤਾਨ ਹੈ, ਬਾਦਸ਼ਾਹ ਹੈ, ਸੁਲਤਾਨ ਬਾਹੂ ਹੈ। ਤਾਂ ਉਸ ਨੂੰ ਉਹਦੀ ਵਡਿਆਈ ਕਰਕੇ ਕਹਾ ਮੈਂ ਦਾਮੋਦਰ ਹੈ, ਮੁਰਾਰੀ ਹੈ, ਇਹ ਸਾਰੇ ਸ਼ਬਦ ਤਾਂ ਇੱਕ ਛੋਟੇ ਜਿਹੇ ਸੀਮਤ ਸ਼ਬਦ ਨੇ ਨਾ, ਫਿਰ ਇਹ ਤਾਂ ਮੀਆਂ ਕਹਿਣ ਦੇ ਤੁਲ ਹੋਏ। ਤੇ ਜਦੋਂ ਮੈਂ ਸੁਲਤਾਨ ਨੂੰ ਮੀਆਂ ਕਹਾਂ, ਇਹਦੇ ਵਿੱਚ ਹੈ ਵਾਹਿਗੁਰੂ ਇਹ ਤੇਰੀ ਕੀ ਵਡਿਆਈ ਹੈ ਭਲਾ? ਇਹ ਵਡਿਆਈ ਸੁਣ ਕੇ ਤੂੰ ਕਿਹੜਾ ਮੇਰੇ ਤੇ ਖੁਸ਼ ਹੋ ਜਾਣਾ ਜੇ ਮੈਂ ਇਦਾਂ ਦੀ ਵਡਿਆਈ ਕਰਾਂ? ਹਾਂਜੀ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਇਹ ਆਖਿਆ ਤੂੰ ਵਡਿਆਈ ਤਾਂ ਕਰਦਾ ਮੇਰੀ ਭਾਈ, ਪਹਿਲਾਂ ਵਡਿਆਈਆਂ ਤਾਂ ਕਰ ਹੀ ਰਿਹਾ। ਤਾਂ ਕਹਿੰਦੇ ਹੇ ਵਾਹਿਗੁਰੂ ਮੈਨੂੰ ਨਹੀਂ ਪਤਾ ਮੈਂ ਤੇਰੀ ਵਡਿਆਈ 'ਚ ਕੀ ਕਹਾਂ, ਜੋ ਤੁਸੀਂ ਮੈਨੂੰ ਦੇਣਾ ਕਹਿਣ ਨੂੰ ਉਹ ਮੈਂ ਕਹਿ ਦੇਣਾ। ਮੈਂ ਮੂਰਖ ਨੂੰ ਨਹੀਂ ਕਹਿਣਾ ਆਉਂਦਾ, ਮੈਂ ਕੀ ਆਖਾਂ, ਮੈਨੂੰ ਪਤਾ ਹੀ ਨਹੀਂ ਮੂਰਖ ਨੂੰ ਕਹਿਣਾ ਕੀ ਹੈ। ਤੁਸੀਂ ਜੋ ਦੇਣਾ ਹੈ, ਜਿਵੇਂ ਸੈਕਟਰੀ ਹੁੰਦਾ ਉਹਨੂੰ ਲਿਖ ਕੇ ਦੇ ਦਿਓ, ਉਹਨੂੰ ਜੋ ਲਿਖ ਕੇ ਦੇ ਦੇਣਾ ਉਹਨੇ ਉਹ ਕਹਿ ਦੇਣਾ। ਮਹਾਰਾਜ ਤੁਸੀਂ ਜੋ ਦੇਣਾ ਮੇਰੇ ਅੰਦਰ, ਮੇਰੀ ਸੁਰਤ ਵਿੱਚ ਲਿਖਣਾ, ਉਹੀ ਮੈਂ ਬੋਲਣਾ, ਉਹੀ ਮੈਂ ਕਹਿਣਾ। ਮੈਨੂੰ ਮੂਰਖ ਨੂੰ ਨਹੀਂ ਆਉਂਦਾ ਕੁਝ ਆਖਣਾ, ਮੈਂ ਕੀ ਆਖਾਂ? ਮੈਂ ਤਾਂ ਸੁਲਤਾਨ ਨੂੰ ਮੀਆਂ ਕਹੀ ਜਾਣਾ, ਐਡਾ ਮੂਰਖ ਹਾਂ। ਫਿਰ ਇੱਥੇ ਇੱਕ ਦੂਸਰਾ ਅਰਥ ਏਦਾਂ ਵੀ ਮਹਾਂਪੁਰਸ਼ਾਂ ਨੇ ਕੀਤਾ, हे प्रभु तू सुल्तान ईश्वर है, ब्रह्म है, और मैं छोटा जा जीव मियाँ। तू सुल्तान है, मैं मियाँ जीव हाँ, ते तेरी की वडियाई करा? एक छोटा जा बुदबुदा समुंदर दी की गहराई नापेगा ते की ओदी शोभा करे। इदां भी अर्थ कीता संप्रदायी महापुरुषां ने। इस करके तुसी जो देना है मैनू कहण नूं ਉਹ ਮੈਂ ਕਹਿ ਦੇਣਾ। ਮੇਰੇ ਕੋਲ ਜੋ ਕੁਝ ਕਹਿਣ ਦਾ ਮਸਾਲਾ ਆ ਰਿਹਾ, ਮੈਂ ਜੋ ਬੋਲ ਰਿਹਾ, ਤੁਸੀਂ ਜੋ ਅੰਦਰ ਪਾ ਰਹੇ ਹੋ ਬੋਲ ਰਿਹਾ। ਗੁਰੂ ਨਾਨਕ ਸਾਹਿਬ ਨੇ ਕਦੇ ਨਹੀਂ ਆਖਿਆ ਮੈਂ ਸ਼ਬਦ ਬਣਾਇਆ ਤੇ ਮੈਂ ਗਾ ਰਿਹਾ। ਮਰਦਾਨੇ ਨੂੰ ਇਹ ਕਹਿੰਦੇ, ਮਰਦਾਨਾ ਰਬਾਬ ਛੇੜ, ਮੇਰੇ ਸਾਹਿਬ ਨੇ ਬਾਣੀ ਭੇਜੀ ਹੈ। ਬਾਣੀ ਆਈ, ਬਾਣੀ ਆਈ ਹੈ, ਇਹਦਾ ਮਤਲਬ ਅਕਾਲ ਪੁਰਖ ਜੀ ਭੇਜਦੇ ਨੇ ਜੋ ਬੋਲਦੇ ਨੇ। ਗੁਰੂ ਨਾਨਕ ਸਾਹਿਬ ਜੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਉਸੇ ਤਰ੍ਹਾਂ ਹੀ ਕਹਿ ਰਿਹਾ ਜਿਵੇਂ ਆ ਰਹੀ ਹੈ ਪਿੱਛੋਂ। ਜੋ ਤੁਸੀਂ ਦੇਹੋਗੇ ਉਹ ਮੈਂ ਕਹਾਂਗਾ। ਵੈਸੇ ਮੈਂ ਮੂਰਖ ਹਾਂ ਦਾਤਾ ਜੀ, ਮੇਰੇ ਕੋਲੋਂ ਕੁਝ ਵੀ ਕਿਹਾ ਨਹੀਂ ਜਾਣਾ। ਮੇਰੀ ਮੂਰਖਤਾ ਤੁਸੀਂ ਵੇਖ ਹੀ ਲਈ ਹੈ ਕਿ ਮੈਂ ਸੁਲਤਾਨ ਨੂੰ ਮੀਆਂ ਕਹਿ ਰਿਹਾ। ਇਹ ਮੇਰੀ ਵੱਡੀ ਮੂਰਖਤਾ ਦੀ ਵੱਡੀ ਨਿਸ਼ਾਨੀ ਹੈ। ਤੇਰੇ ਗੁਣ ਗਾਵਾਂ ਦੇਹ ਬੁਝਾਈ। ਇਹ ਮੇਰੇ ਰੱਬ ਜੀ ਮੈਨੂੰ ਇਹ ਬੁਝਾਓ, ਮੈਨੂੰ ਇਹ ਜਣਾਓ ਕਿ ਮੈਂ ਤੁਹਾਡੇ ਗੁਣ ਗਾਈ ਚਲਾ ਜਾਵਾਂ। ਇਹੀ ਬੁਝਾ ਦਿਓ ਕਿ ਕਿਵੇਂ ਗਾਵਾਂ ਗੁਣ ਤੁਹਾਡੇ, ਇਹ ਬੁਝਾ ਦਿਓ ਮਹਾਰਾਜ, ਇਹ ਜਣਾ ਦਿਓ ਕਿ ਮੈਂ ਤੁਹਾਡੇ ਗੁਣਾਂ ਨੂੰ ਕਿਵੇਂ ਗਾਵਾਂ। ਜੈਸੇ ਸੱਚ ਮੈਂ ਰਹੋ ਰਜਾਈ। ਇਹ ਰਜਾ ਦਿਆ ਮਾਲਕਾ, ਰਜਾ ਵਿੱਚ ਚਲਾਉਣ ਵਾਲਿਆ, ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਡੇ ਸੱਚ ਸਰੂਪ ਦੇ ਵਿੱਚ ਸਮਾ ਜਾਵਾਂ, ਰਮ ਜਾਵਾਂ। ਐਸੀ ਰਜਾ ਦੇ ਵਿੱਚ ਮੈਨੂੰ ਚਲਾਓ। ਰਹਾਉ ਜੋ ਕਿਛ ਹੋਆ ਸਭ ਕਿਛ ਤੁਧ ਤੇ, ਤੇਰੀ ਸਭ ਆਸਨਾਈ। ਇਹ ਵਾਹਿਗੁਰੂ ਜੀ, ਇਹ ਜੋ ਕੁਝ ਵੀ ਹੋਇਆ ਦਿਸਦਾ ਹੈ ਸਭ ਕੁਝ ਤੁਹਾਡੇ ਤੋਂ ਹੋਇਆ।
ਔਰ ਤੁਹਾਡੀ ਸਾਰਿਆਂ ਨਾਲ ਹੀ ਅਸਨਾਈ ਦਾ ਮਤਲਬ ਹੁੰਦਾ ਪ੍ਰੀਤ। ਤੁਹਾਡੀ ਸਾਰਿਆਂ ਨਾਲ ਹੀ ਪ੍ਰੀਤ ਹੈ। ਇਹ ਥੋੜੀ ਆ ਵੀ ਤੁਸੀਂ ਸੰਤਾਂ ਨਾਲ ਪ੍ਰੀਤ ਕਰਦੇ ਹੋ ਤੇ ਠੱਗਾਂ ਨਾਲ ਨਹੀਂ। ਤੁਹਾਡੀ ਪ੍ਰੀਤ ਸਾਰਿਆਂ ਨਾਲ ਹੀ, ਕਿਉਂਕਿ ਸਾਰੇ ਤੁਸੀਂ ਪੈਦਾ, ਇੱਕ ਮਾਂ ਬਾਪ ਦੇ 5-7 ਬੱਚੇ ਹੋਣ, ਇੱਕ ਪੁੱਤਰ ਨਕੰਮਾ ਵੀ ਹੋਵੇ, ਇੱਕ ਚੋਰ ਵੀ ਹੋਵੇ, ਉਹਨੂੰ ਤਾਂ ਸਾਰਿਆਂ ਨਾਲ ਹੀ ਪ੍ਰੇਮ ਹੈ ਨਾ। ਉਹਦਾ ਚੋਰ ਵੀ ਹੋਵੇ ਤਾਂ ਉਹਦੇ ਤੇ ਵੀ ਪੜਦਾ ਪਾਉਂਦਾ, ਖਿੱਚ ਤਾਂ ਉਹਦੀ ਵੀ ਹੁੰਦੀ ਹੈ। ਰੱਬ ਜੀ ਤੁਸੀਂ ਸਾਰੇ ਆਪ ਹੀ ਪੈਦਾ ਕੀਤੇ ਆ ਜਿੰਨੇ ਜੀ, ਤੁਹਾਡੀ ਸਾਰਿਆਂ ਨਾਲ ਹੀ ਪ੍ਰੀਤ ਹੈ, ਸਭ ਦੇ ਨਾਲ। ਇਹ ਗੱਲ ਵੱਖਰੀ ਹੈ ਕਿ ਪੁੱਤਰ ਭਾਵੇਂ ਕਪੁੱਤਰ ਹੋਈ ਚਲੇ ਜਾਣ, ਪਰ ਮਾਪੇ ਕੋ ਮਾਪੇ ਨਹੀਂ ਹੁੰਦੇ, ਕਹਾਵਤ ਹੈ ਨਾ। ਸੋ ਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਮਾਂ ਨਹੀਂ ਚੇਤੇ ਰੱਖਦੀ ਆਪਣੇ ਪੁੱਤਰ ਦੀਆਂ ਖਾਮੀਆਂ ਨੂੰ, ਔਗਣਾਂ ਨੂੰ। ਇਸ ਕਰਕੇ ਹੇ ਵਾਹਿਗੁਰੂ, ਜੋ ਕੁਝ ਵੀ ਹੋਇਆ ਤੇਰੇ ਤੋਂ ਹੋਇਆ, ਤੂੰ ਪੈਦਾ ਕੀਤਾ, ਤੇਰੀ ਸਾਰਿਆਂ ਨਾਲ ਸਨਾਈ ਕਹੀਏ ਪ੍ਰੀਤ ਹੈ। ਤੇਰਾ ਅੰਤ ਨ ਜਾਣਾ ਮੇਰੇ ਸਾਹਿਬਾ, ਮੈਂ ਅੰਧੁਲੇ ਕਿਆ ਚਤੁਰਾਏ। ਏ ਮੇਰੇ ਸਾਹਿਬਾ, ਮੈਂ ਤੇਰਾ ਅੰਤ ਨਹੀਂ ਜਾਣਦਾ, ਮੈਂ ਅੰਧਲਾ ਅਗਿਆਨੀ ਕੀ ਚਤੁਰਾਈ ਕਰਾਂ? ਕੀ ਮੇਰੀ ਚਤੁਰਾਈ ਹੈ, ਕੀ ਮੇਰੀ ਸਿਆਣਪ ਹੈ? ਹਾਂਜੀ। ਕਿਆ ਹੋਂ ਕਥੇ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। हे ਪ੍ਰਭੂ, ਮੈਂ ਕੀ ਕਥਾਂ? ਤੂੰ ਕਥਨ ਵਿੱਚ ਆਉਂਦਾ ਹੀ ਨਹੀਂ, ਅਕਥ ਹੈ। ਅਕਥ ਨੂੰ ਕਿਵੇਂ ਕਥੀਏ? ਜੇ ਕਹੀਏ ਜੋ ਮੈਂ ਕਥਾ ਕਰ ਰਿਹਾ ਇਹਦੇ ਵਿੱਚ ਮੈਂ ਰੱਬ ਨੂੰ ਸਮੋ ਲਿਆ, ਤਾਂ ਇਹ ਮੇਰਾ ਭੁਲੇਖਾ ਹੈ, ਤੂੰ ਤਾਂ ਕਥਨ ਤੋਂ ਬਾਹਰ ਹੈ। ਜੇ ਕਥਾ ਹੋ ਵੀ ਰਹੀ ਹੈ, ਤੈਨੂੰ ਕਥਨ ਕੀਤਾ ਵੀ ਜਾ ਰਿਹਾ ਹੈ, ਤਾਂ ਇਹ ਮੇਰਾ ਨਿੱਜੀ ਸਵਾਰਥ ਹੈ। ਤੂੰ ਕਥਨ ਵਿੱਚ ਨਹੀਂ ਆਉਂਦਾ। ਕੀੜੀ ਮਿਸ਼ਰੀ ਦੇ ਪਹਾੜ ਦੇ ਉੱਤੇ ਚੜ੍ਹ ਕੇ ਮਿਸ਼ਰੀ ਦਾ ਇੱਕ ਕਿਣਕਾ ਖਾ ਕੇ ਢਿੱਡ ਭਰ ਲੈਂਦੀ ਹੈ, ਉਹਦਾ ਸਵਾਰਥ ਹੈ ਕੀੜੀ ਦਾ, ਵੀ ਉਹਨੇ ਆਪਣਾ ਪੇਟ ਭਰਨਾ ਉਸ ਮਿਸ਼ਰੀ ਦੇ ਪਹਾੜ ਨੂੰ, ਉਹਦੇ ਵਿੱਚੋਂ ਥੋੜਾ ਬਹੁਤਾ ਖਾ ਕੇ, ਪਰ ਉਹਦਾ ਅੰਤ ਨਹੀਂ ਪਾ ਸਕਦੀ। ਹੇ ਵਾਹਿਗੁਰੂ, ਜੇ ਤੈਨੂੰ ਕਥਨ ਕਰਨ ਵਾਲੇ ਹੈਣ ਤਾਂ ਉਹ ਕੇਵਲ ਆਪਣੇ ਆਤਮਿਕ ਆਨੰਦ ਲੈਣ ਲਈ, ਰਸ ਲੈਣ ਲਈ ਤੈਨੂੰ ਕਥਦੇ ਆ। ਉਦਾਂ ਤੂੰ ਅਕਥ ਹੈ, ਕਥਨ ਵਿੱਚ ਨਹੀਂ ਆਉਂਦਾ। ਜੋ ਤੁਧ ਭਾਵੈ ਸੋਈ ਆਖਾ, ਤਿਲ ਤੇਰੀ ਵਡਿਆਈ। ਏ ਪ੍ਰਭੂ, ਜੋ ਤੈਨੂੰ ਭਾਵੇ ਮੈਂ ਉਹੀ ਆਖਾਂ, ਮੈਨੂੰ ਵੀ ਆਪਣੀ ਤਿਲ ਮਾਤਰ ਥੋੜੀ ਜਿੰਨੀ ਵਡਿਆਈ ਬਖਸ਼ ਦਿਓ। ਕਿਣਕਾ ਮਾਤਰੀ ਆਪਣੀ ਵਡਿਆਈ ਕਰਨ ਦੀ ਦਾਤ ਮੈਨੂੰ ਬਖਸ਼ ਦਿਓ। ਏਤੇ ਕੂਕਰ ਹੋਂ ਬੇਗਾਨਾ, ਭਉ ਕਾ ਇਸ ਤਨ ਤਾਈ। ਇਹਦੇ 2 ਪਾਠ ਕਰਦੇ ਆ ਮਹਾਂਪੁਰਸ਼। ਏਤੇ ਕੂਕਰ ਹੋਂ ਬੇਗਾਨਾ, ਕੂਕਰ ਇਕੱਠਾ ਪਾਠ ਵੀ ਕਰਦੇ ਆ। ਏਦਾਂ ਵੀ ਮਹਾਂਪੁਰਸ਼ ਟਕਸਾਲਾਂ 'ਚ ਪਾਠ ਕਰਾਉਂਦੇ ਐ, ਏਤੇ ਕੂ ਕਰਹੁ ਬੇਗਾਨਾ। ਕੂ ਵੱਖਰਾ ਕਰਕੇ ਜਿਹੜਾ ਕਰ ਸ਼ਬਦ ਹੈ ਉਹ ਅੱਗੇ ਜੁੜ ਜਾਂਦਾ, ਅਰਥ ਦੋਵਾਂ ਦੇ ਫਿਰ ਵੱਖੋ ਵੱਖਰੇ ਹੋ ਜਾਂਦੇ ਆ। ਜਿਵੇਂ ਏਤੇ ਕੂਕਰ ਹੋ ਬੇਗਾਨਾ ਦਾ ਅਰਥ ਏਦਾਂ ਹੈ, ਹੇ ਵਾਹਿਗੁਰੂ, ਇੰਨੇ ਕੁੱਤੇ ਭੌਂਕਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਮੈਂ ਉਹਨਾਂ ਵਿੱਚ ਓਪਰਾ ਕੁੱਤਾ ਹੋ ਬੇਗਾਨਾ। ਓਪਰਾ ਜਿਵੇਂ ਇਹਨਾਂ ਇਲਾਕਾ ਨਹੀਂ ਮੱਲਿਆ ਹੁੰਦਾ ਕੁੱਤਿਆਂ ਨੇ, ਕੋਈ ਬਗਾਨਾ ਕੁੱਤਾ ਉੱਥੇ ਆ ਜੇ ਭੌਂਕ ਭੌਂਕ ਕੇ ਉਹਦੀ ਵਿਚਾਰੇ ਦੀ ਸੁੱਧ ਭੁਲਾ ਦਿੰਦੇ ਆ, ਉਹ ਵੀ ਵਿਚਾਰਾ ਚੌਂ ਚੌਂ ਥੋੜਾ ਥੋੜਾ ਕਰਕੇ ਉੱਥੋਂ ਦੀ ਨਿਕਲਣ ਦੀ ਕਰਦਾ। ਹੇ ਵਾਹਿਗੁਰੂ, ਇਹ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਏਤੇ ਕੂਕਰ, ਇੰਨੇ ਕੁੱਤੇ ਨੇ, ਈਰਖਾ ਬਖਾਲ, ਮੈਂ ਇਹਨਾਂ ਵਿੱਚ ਬਗਾਨਾ ਕੁੱਤਾ ਆ ਕੇ ਫਸ ਗਿਆ। ਮੇਰਾ ਇਹਨਾਂ ਦੇ ਨਾਲ ਵਾਹ ਨਹੀਂ ਸੀ, ਬਗਾਨਾ ਆ ਗਿਆ ਇਹਨਾਂ ਵਿੱਚ, ਤੇ ਮੈਂ ਜਿਹੜਾ ਇਹ ਥੋੜਾ ਬਹੁਤਾ ਚੌਂ ਪੌਂ ਜੀ ਕਰ ਲੈਣਾ, ਤੁਹਾਡੀ ਸਿਫਤ ਕਰ ਲੈਣਾ, ਉਹ ਇਸ ਕਰਕੇ ਕਰਦਾ ਵੀ ਇਹਨਾਂ ਵਿੱਚੋਂ ਨਿਕਲ ਜਾਵਾਂ ਤੇ ਤੁਹਾਡੇ ਚਰਨਾਂ 'ਚ ਪਹੁੰਚ ਜਾਵਾਂ। ਆਖੋ ਸਤਿਨਾਮ ਸ੍ਰੀ। ਉਦਾਂ ਮੇਰੇ ਕੋਲ ਵਡਿਆਈ ਨਹੀਂ ਕਰਨੀ। ਉਹ ਬਹੁਤਾ ਉੱਚੀ ਨਹੀਂ ਨਾ ਭੌਂਕਦਾ ਕੁੱਤਾ, ਉਹ ਥੋੜਾ ਥੋੜਾ ਬੋਲਦਾ, ਪਤਾ ਵੀ ਜੇ ਜ਼ਿਆਦਾ ਬੋਲਿਆ ਤੇ ਨਾ ਛੱਡਣਾ ਨਹੀਂ, ਪਰ ਉਹ ਥੋੜਾ ਥੋੜਾ ਫਿਰ ਵੀ ਉਹਨਾਂ ਨੂੰ ਡਰਾਉਣ ਵਾਸਤੇ ਥੋੜਾ ਥੋੜਾ ਬੋਲਦਾ ਵੀ ਉੱਥੋਂ ਨਿਕਲ ਜਾਏ। ਹੇ ਵਾਹਿਗੁਰੂ,
ਮੈਂ ਵੀ ਕੁਝ ਇਸੇ ਤਰ੍ਹਾਂ ਹੀ ਕਰ ਰਿਹਾ, ਜਿਹੜੀ ਤੇਰੀ ਮਾੜੀ ਮੋਟੀ ਸਿਫਤ ਕਰ ਲਈ ਨਾ, ਉਦਾਂ ਆਉਂਦੀ ਨਹੀਂ ਮੈਨੂੰ ਕਰਨੀ। ਇਹਨਾਂ ਵਿਕਾਰਾਂ ਤੋਂ ਖਹਿੜਾ ਛੁੱਟ ਜੇ। ਦੂਜਾ ਅਰਥ ਏਦਾਂ ਹੈ, ਏਤੇ ਕੂ ਕਰਹੁ ਬੇਗਾਨਾ। ਏਤੇ ਕੋ ਆ ਜਿਹੜਾ ਅਭਿਮਾਨ ਹੈ ਨਾ, ਜਿਹੜਾ ਬਗਾਨੇ ਭਾਵ ਦਾ ਅਭਿਮਾਨ ਚੁੱਕੀ ਬੈਠੇ ਆ, ਇਹਨੂੰ ਪਹਿਲਾਂ ਦੂਰ ਕਰੋ। ਕਰਹੁ ਬੇਗਾਨਾ, ਇਹਨੂੰ ਪਹਿਲਾਂ ਬਗਾਨਾ ਕਰੋ। ਆ ਜਿਹੜਾ ਅਭਿਮਾਨ ਚੁੱਕਿਆ ਮੈਂ ਸਰੀਰ ਹਾਂ, ਤੇ ਹੇ ਪ੍ਰਭੂ ਤੇਰੀ ਜਿਹੜੀ ਮੈਂ ਸਿਫਤ ਕਰਦਾ ਹਾਂ ਉਹ ਆਪਣੇ ਇਸ ਤਨ ਲਈ ਕਰਦਾ ਵੀ ਇਹ ਸਫਲ ਹੋ ਜਾਏ। ਭੌਂਕਾਂ ਇਸ ਤਨ ਤਾਈ, ਇਸ ਤਨ ਤਾਈ ਮੈਂ ਤੇਰੀਆਂ ਸਿਫਤਾਂ ਵਡਿਆਈਆਂ ਕਰਦਾ ਕਿ ਇਹ ਤਨ ਸਫਲ ਹੋ ਜਾਏ। ਇਹਦਾ ਕੀ ਘਟ ਜਾਏਗਾ ਜੇ ਤੇਰੀ ਸਿਫਤ ਕਰ ਲੇਗਾ ਤਾਂ। ਫਿਰ ਏਦਾਂ ਵੀ ਅਰਥ ਕੀਤਾ, ਏਤੇ ਕੂਕਰ, ਪਤਾ ਨਹੀਂ ਕਿਤਨੇ ਕਨੇ वेद व्यास जी जैसे महापुरुष, शंकराचार्य वर्गे होर कितने महापुरुष जिन्हां ने तेरियां सिफतां कीतियां ने, उन्हां नूं वेख के हे प्रभु मैं भी अपने आपे भाव तो बेगाना हो के तेरी सिफत करन लग पिया। उन्हां नूं वेख के भी वो भी करदे सन ते मैं भी करन लग पिया। इस तन ताई कि आ जिहड़ा सूखम तन है ये सफल हो जाए। हाँ जी। ਭਗਤ ਹੀਣ ਨਾਨਕ ਜੇ ਹੋਏਗਾ, ਤਾ ਖਸਮ ਨਾਉ ਨਾ ਜਾਈ। हे ਵਾਹਿਗੁਰੂ ਮੈਂ ਭਗਤੀ ਤੋਂ ਹੀਣਾ ਹਾਂ, ਭਗਤਹੀਣ। ਜੇ ਮੈਂ ਭਗਤਹੀਣ ਵੀ ਹਾਂ, ਮੈਨੂੰ ਕਹਿੰਦੇ ਆ ਵੀ ਇਹ ਭਗਤਹੀਣ ਹੈ, ਪਰ हे ਪ੍ਰਭੂ ਫਿਰ ਵੀ ਤੇਰਾ ਸਦਾਉਣਾ, ਤੇਰਾ ਖਸਮ ਕੌਣ ਹੈ? ਕਹਿੰਦੇ ਮੇਰਾ ਖਸਮ ਵਾਹਿਗੁਰੂ ਹੈ। ਤੇਰਾ ਸਦਾਉਣਾ ਨਾ ਤੇ ਆਪਣੇ ਨਾਂ ਦੀ ਲੱਜਾ ਰੱਖ ਲਓ ਮਹਾਰਾਜ। ਜੇ ਮੈਂ ਭਗਤਹੀਣਾ ਵੀ ਹਾਂ, ਸਦਾਉਣਾ ਤੇ ਤੁਹਾਡਾ ਹੀ ਆ ਨਾ। ਗੁਰੂ ਨਾਨਕ ਸਾਹਿਬ ਜੀ ਤੁਹਾਡੇ ਸਿੱਖ ਸਦਾਉਨੇ ਆ, ਭਾਵੇਂ ਭਗਤੀਹੀਣੇ ਹਾਂ, ਸਿੱਖ ਤਾਂ ਤੁਹਾਡੇ ਸਦਾਉਨੇ। ਆਪਣੇ ਨਾਂ ਦੀ ਲਾਜ ਰੱਖ ਲਓ ਮਹਾਰਾਜ, ਕਿਰਪਾ ਕਰੋ। ਤੁਹਾਡਾ ਨਾਮ ਜਿਹੜਾ ਉਹ ਮੇਰੇ ਸਿਰ ਉੱਤੇ ਹੈ, ਆਪਣੇ ਨਾਮ ਦੀ ਲੱਜਿਆ ਰੱਖ ਲਓ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਪਵਿੱਤਰ ਪਾਵਨ ਗੁਰਬਾਣੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਅਗਾਧ ਬੋਧ ਬਾਣੀ ਹੈ ਸਾਹਿਬ ਦੀ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।